गुड ਈਵਨਿੰਗ एवरीवन। मेरा नाम जतिन बंसल है। ਅੱਜ ਆਪਾਂ ਕੰਪਿਊਟਰ ਮੈਮਰੀ ਦਾ ਪਾਰਟ 4 ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਕੰਪਿਊਟਰ ਮੈਮਰੀ ਦੇ 3 ਪਾਰਟ ਕਰ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ 120 ਕੁਐਸਚਨ ਡਿਸਕਸ ਆਲਰੇਡੀ ਕਰ ਚੁੱਕੇ ਹਾਂ। ਤੇ ਇਸ ਪਾਰਟ ਦੇ ਵਿੱਚ ਆਪਾਂ ਨੀਅਰ ਅਬਾਊਟ 60 ਕੁਐਸਚਨ ਡਿਸਕਸ ਕਰਾਂਗੇ। ਤਾਂ ਵੈਸੇ ਤਾਂ ਮੈंने ਟੌਪ 150 MCQ ਲਿਖਿਆ ਹੋਇਆ ਹੈ, ਬਟ ਮੈਂ ਲਿਖਦੇ ਲਿਖਦੇ 180 ਕੁਐਸਚਨ ਹੋ ਗਏ, ਜੋ ਕਿ ਤੁਹਾਡੇ ਲਈ ਬਹੁਤ ਬੈਸਟ ਨੇ। ਠੀਕ ਹੈ, ਤਾਂ ਹਰ ਇੱਕ ਪਾਰਟ ਨੂੰ ਬਹੁਤ ਧਿਆਨ ਨਾਲ ਸਮਝੋ, ਆਪਣੇ ਨੋਟਸ ਬਣਾਉਣੇ ਸਟਾਰਟ ਕਰੋ ਬੇਟਾ। ਤੇ ਜੇਕਰ ਵੀਡੀਓ ਪਸੰਦ ਆ ਰਹੀ ਹੈ, ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪਲੀਜ਼ ਅੱਗੇ ਆਪਣੇ ਫਰੈਂਡਸ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰੋ। ਇਹ ਵਾਲੀ ਵੀਡੀਓ ਪਟਵਾਰੀ ਦੇ ਐਗਜ਼ਾਮ ਲਈ ਮੋਸਟ ਇੰਪੋਰਟੈਂਟ ਹੈ। ਯੂ ਨੋ ਵੈਰੀ ਵੈਲ, ਪਟਵਾਰੀ ਦੇ ਐਗਜ਼ਾਮ ਦੇ ਵਿੱਚ 15 ਮਾਰਕਸ ਦਾ ਕੰਪਿਊਟਰ ਆਉਣਾ ਹੈ। ਤਾਂ ਉਸਦੇ ਲਈ ਬਹੁਤ ਇੰਪੋਰਟੈਂਟ ਹੈ ਵੀ ਆਪਾਂ ਕੰਪਿਊਟਰ ਨੂੰ ਇੱਕ ਬਹੁਤ ਅੱਛੇ ਤਰੀਕੇ ਨਾਲ ਸਟੱਡੀ ਕਰੀਏ। ਤਾਂ ਚਲੋ ਅੱਜ ਦਾ ਕੰਪਿਊਟਰ ਮੈਮਰੀ ਦਾ ਸੈਕਸ਼ਨ ਆਪਾਂ ਕੰਪਲੀਟ ਕਰ ਦਾਂਗੇ ਤੇ ਇਸ ਦੇ ਨਾਲ ਆਪਣਾ ਕੰਪਿਊਟਰ ਮੈਮਰੀ ਵਾਲਾ ਚੈਪਟਰ ਖਤਮ ਹੋ ਜਾਏਗਾ। ਓਕੇ, ਤਾਂ ਆਪਾਂ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ। ਤਾਂ 122 ਕੁਐਸਚਨ ਦੇਖੋ ਆਪਾਂ ਡਿਸਕਸ ਕਰਦੇ ਹਾਂ। ਹਾਰਡ ਡਿਸਕ ਐਂਡ ਡਿਸਕੈਟਸ ਆਰ। ਤਾਂ ਜਿਹੜੀ ਹਾਰਡ ਡਿਸਕ ਹੈਗੀ ਹੈ ਤੇ ਡਿਸਕੈਟਸ ਨੇ, ਤਾਂ ਯੂ ਨੋ ਵੈਰੀ ਵੈਲ ਇਹ ਇੱਕ ਡਾਇਰੈਕਟ ਅਸੈਸ ਸਟੋਰੇਜ ਡਿਵਾਈਸਿਸ ਹੁੰਦੀਆਂ ਨੇ ਹਾਰਡ ਡਿਸਕ। ਦੇਖੋ ਆਮ ਤੌਰ ਤੇ ਡਿਸਕੈਟ ਜਿਵੇਂ CD ਹੋ ਗਈ, ਆਪਣੇ ਆਪਣਾ CD ਹੋ ਗਈ, DVD ਹੋ ਗਈ, ਤਾਂ ਆਪਾਂ ਨੇ ਸਭ ਨੇ ਬੇਟਾ ਕੰਪਿਊਟਰ ਦੇ ਵਿੱਚ ਹਾਰਡ ਡਿਸਕ ਵਗੈਰਾ ਯੂਜ਼ ਕਰਦੇ ਹੀ ਆ। ਤਾਂ ਜਿੰਨੀ ਮਰਜ਼ੀ ਪਲੇਲਿਸਟ ਬਣੀ ਹੋਵੇ ਸੌਂਗਸ ਦੀ, ਤਾਂ ਤੁਸੀਂ ਮਾਊਸ ਦੇ ਨਾਲ ਜਿੱਥੇ ਵੀ ਕਲਿੱਕ ਕਰੋਗੇ ਤਾਂ ਉਹ ਰੈਂਡਮ ਇੱਕ ਤਰ੍ਹਾਂ ਦੀ ਡਾਇਰੈਕਟ ਅਸੈਸ ਹੋ ਜਾਂਦੀ ਹੈ। ਚਾਹੇ ਤੁਸੀਂ 5th ਸੌਂਗ ਸੁਣੋ, ਚਾਹੇ ਤੁਸੀਂ 20th ਸੌਂਗ ਸੁਣੋਗੇ, ਤਾਂ ਉਹ ਇੱਕ ਡਾਇਰੈਕਟ ਅਸੈਸ ਹੀ ਹੁੰਦੀ ਹੈ। ਤਾਂ ਦੈਟਸ ਵਾਈ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ ਕੁਐਸਚਨ ਦੇਖੋ। ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਅ ਵੈਲਿਡ ਸਾਈਜ਼ ਆਫ ਅ ਫਲੋਪੀ ਡਿਸਕ। ਤਾਂ ਜਦੋਂ ਫਲੋਪੀ ਡਿਸਕ ਆਈ ਸੀ ਨਾ ਬੇਟਾ, ਤਾਂ ਇਹ 3 ਸਾਈਜ਼ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੋਈ ਸੀ। 8 ਇੰਚ ਦੇ ਵਿੱਚ ਅਵੇਲੇਬਲ ਹੋਈ ਸੀ, 3.5 ਇੰਚ ਦੇ ਵਿੱਚ ਤੇ 5.25 ਇੰਚ ਦੇ ਵਿੱਚ ਅਵੇਲੇਬਲ ਹੋਈ ਸੀ, ਬਟ 2 ਇੰਚ ਦੇ ਵਿੱਚ ਅਵੇਲੇਬਲ ਨਹੀਂ ਹੋਈ। ਦੈਟਸ ਵਾਈ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਨੈਕਸਟ ਕੁਐਸਚਨ ਦੇਖਦੇ ਆਪਾਂ। ਵਿੰਸਟਰ ਡਿਸਕ ਇਜ਼। ਤਾਂ ਵਿੰਸਟਰ ਜਿਹੜੀ ਡਿਸਕ ਹੁੰਦੀ ਹੈ ਬੇਟਾ, ਇਹਨੂੰ ਆਪਾਂ ਡਿਸਕ ਸਟੈਕ ਕਹਿੰਦੇ ਆ। ਤਾਂ ਇਹ ਆਪਸ਼ਨ ਡਿਸਕ ਸਟੈਕ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਜਿਸ ਦੇ ਵਿੱਚ ਤੁਸੀਂ ਆਪਣੇ ਸੀਡੀਆਂ ਨੂੰ ਕਲੈਕਟ ਕਰਕੇ ਰੱਖਦੇ ਹੋ। ਉਹਨੂੰ ਕੀ ਬੋਲਦੇ ਆ ਆਪਾਂ? ਵਿੰਸਟਰ ਡਿਸਕ ਬੋਲਦੇ ਆ ਵੀ ਇਹ ਇੱਕ ਡਿਸਕ ਸਟੈਕ ਹੈ। ਓਕੇ, ਨੈਕਸਟ। ਰਜਿਸਟਰਸ ਆਰ ਯੂਜ਼ਡ ਫॉर। ਜਿਹੜੇ ਬੇਸਿਕਲੀ ਬੇਟਾ ਰਜਿਸਟਰਸ ਹੁੰਦੇ ਨੇ, ਜਿਹੜੇ ਸਭ ਤੋਂ ਫਾਸਟੈਸਟ ਨੇ, ਉਹ ਆਪਣੇ ਨੇ ਟੈਂਪਰਰੀ ਸਟੋਰੇਜ ਡਿਵਾਈਸਿਸ ਹੁੰਦੀਆਂ ਨੇ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਜੋ ਵੀ ਰਜਿਸਟਰਸ ਦੀ ਆਪਾਂ ਕੰਪਿਊਟਰ ਦੇ ਵਿੱਚ ਗੱਲ ਕਰਦੇ ਆ ਤੇ ਉਹ ਆਪਣੀ ਕੀ ਹੁੰਦੇ ਨੇ? ਟੈਂਪਰਰੀ ਸਟੋਰੇਜ ਡਿਵਾਈਸਿਸ ਹੁੰਦੀਆਂ ਨੇ। ਠੀਕ ਹੈ, ਤਾਂ ਨੈਕਸਟ ਕੁਐਸਚਨ ਆਪਣਾ ਹੁਣ 126 ਕੁਐਸਚਨ ਤੇ ਆ ਗਿਆ ਆਪਾਂ। The register which holds the address of the location to or from which data are to be transferred is known as। ਤਾਂ ਜਿਸ ਰਜਿਸਟਰ ਦੇ ਵਿੱਚ ਐਡਰੈਸ ਆਫ ਦੀ ਲੋਕੇਸ਼ਨ ਹੋਵੇ, ਤਾਂ ਉਸ ਰਜਿਸਟਰ ਨੂੰ ਆਪਾਂ ਮੈਮਰੀ ਐਡਰੈਸ ਰਜਿਸਟਰ ਹੀ ਕਹਾਂਗੇ ਨਾ, MAR, ਮੈਮਰੀ ਐਡਰੈਸ ਰਜਿਸਟਰ ਬੋਲਦੇ ਆ, ਜਿਸ ਰਜਿਸਟਰ ਦੇ ਵਿੱਚ ਐਡਰੈਸ ਦੀ ਲੋਕੇਸ਼ਨ ਹੁੰਦੀ ਹੈ। ਓਕੇ, ਨੈਕਸਟ ਕੁਐਸਚਨ ਦੇਖੋ 127th question। The process of copying data from a memory location is called। ਜਿਵੇਂ ਬੇਟਾ ਆਪਣੇ ਕੰਪਿਊਟਰ ਦੇ ਵਿੱਚ ਕਿਸੇ ਮੈਮਰੀ ਦੇ ਵਿੱਚ ਕੋਈ ਫਾਈਲ ਪਈ ਹੈ, ਆਪਾਂ ਉਹ ਫਾਈਲ ਨੂੰ ਕਾਪੀ ਕਰਦੇ ਹਾਂ। ਤਾਂ ਕਾਪੀ ਕਰਨ ਦਾ ਮਤਲਬ ਕੀ ਹੁੰਦਾ? ਰੀਡ ਕਰਨਾ। ਤਾਂ ਆਪਾਂ ਓਬਵੀਅਸ ਗੱਲ ਹੈ ਰੀਡ ਕਰ ਰਹੇ ਹਾਂ ਨਾ। ਜਿਵੇਂ ਤੁਸੀਂ ਹੁਣ ਮੇਰੀ ਵੀਡੀਓ ਨੂੰ ਦੇਖ ਰਹੇ ਹੋ, ਤਾਂ ਰੀਡ ਕਰਕੇ ਆਪਣਾ ਕਾਪੀ ਕਰਕੇ ਡਾਟੇ ਨੂੰ ਲਿਖੋਗੇ। ਤਾਂ ਕਾਪੀ ਕਰਨਾ ਮਤਲਬ ਕੀ ਹੁੰਦਾ? ਰੀਡਿੰਗ ਕਰਨਾ। ਤਾਂ ਰੀਡਿੰਗ D ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਨੈਕਸਟ ਕੁਐਸਚਨ। ਹਾਰਡ ਡਿਸਕ ਡਰਾਈਵਸ ਆਰ ਕੰਸੀਡਰਡ ਸਟੋਰੇਜ। ਤਾਂ ਜਿਹੜੇ ਹਾਰਡ ਡਿਸਕ ਡਰਾਈਵਸ ਹੁੰਦੀਆਂ ਨੇ, ਇਹਨਾਂ ਵਿੱਚ ਜਿਹੜਾ ਡਾਟਾ ਹੁੰਦਾ ਹੈ ਬਿਲਕੁਲ ਪਰਮਾਨੈਂਟ ਸਟੋਰੇਜ ਹੁੰਦੀਆਂ ਨੇ। ਇਹਨਾਂ ਵਿੱਚ ਜਿਹੜਾ ਡਾਟਾ ਡਿਲੀਟ ਨਹੀਂ ਹੁੰਦਾ ਜਦੋਂ ਤੱਕ ਆਪਾਂ ਡਾਟਾ ਡਿਲੀਟ ਨਹੀਂ ਕਰਦੇ। ਤਾਂ ਦੈਟਸ ਵਾਈ ਉਹ ਵਾਲੀ ਟਰਮ ਕੀ ਹੁੰਦੀ ਆ? ਨੋਨ ਵੋਲਾਟਾਈਲ ਟਰਮ ਹੁੰਦੀ ਆ। ਤਾਂ D ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਕਿਉਂਕਿ ਨੋਨ ਵੋਲਾਟਾਈਲ ਉਹ ਵਾਲੀ ਸਟੋਰੇਜ ਹੁੰਦੀਆਂ ਨੇ ਜਿਸ ਦੇ ਵਿੱਚ ਲਾਈਟ ਜਾਣ ਤੋਂ ਬਾਅਦ, ਮਤਲਬ ਜੇ ਪਾਵਰ ਆਫ ਹੋ ਗਈ ਤਾਂ ਡਾਟਾ ਡਿਲੀਟ ਨਹੀਂ ਹੋਊਗਾ। ਤਾਂ ਹਾਰਡ ਡਿਸਕ ਵਿੱਚ ਜਿਹੜਾ ਡਾਟਾ ਹੁੰਦਾ ਉਹ ਡਿਲੀਟ ਨਹੀਂ ਹੁੰਦਾ। ਨੈਕਸਟ,
as compared to a magnetic tape, the main advantage of magnetic disc is। ਤਾਂ ਜੇ ਆਪਾਂ ਮੈਗਨੈਟਿਕ ਟੇਪ ਦਾ ਕੰਪੈਰੀਜ਼ਨ ਕਰੀਏ ਮੈਗਨੈਟਿਕ ਡਿਸਕ ਦੇ, ਤਾਂ ਮੈਗਨੈਟਿਕ ਡਿਸਕ ਜ਼ਿਆਦਾ ਅੱਜ ਕੱਲ੍ਹ ਬੈਨੀਫਿਟ ਹੈ। ਉਹਦਾ ਕੀ ਰੀਜ਼ਨ ਹੈ? ਉਹਦਾ ਇੱਕੋ ਇੱਕ ਮੇਨ ਰੀਜ਼ਨ ਕੀ ਹੈ? ਡਾਇਰੈਕਟ ਅਸੈਸ। ਕਿਉਂਕਿ ਆਪਾਂ ਪਹਿਲਾਂ ਵੀ ਕੁਐਸਚਨ ਡਿਸਕਸ ਕਰ ਚੁੱਕਿਆ ਵੀ ਜਿਹੜੀ ਮੈਗਨੈਟਿਕ ਟੇਪ ਹੁੰਦੀ ਹੈ ਉਹ ਇੱਕ ਸਿਕੁਐਂਸ਼ੀਅਲ ਅਸੈਸ ਹੈ। ਮਤਲਬ ਜਿਹੜੇ ਆਪਾਂ ਪਹਿਲਾਂ ਟੇਪ ਰਿਕਾਰਡਰਸ ਦੇ ਵਿੱਚ ਆਪਣੇ ਇੱਕ ਕੈਸਟਾਂ ਆਉਂਦੀਆਂ ਹੁੰਦੀਆਂ ਸੀਗਾ, 5 ਸੌਂਗ ਹੁੰਦੇ ਸੀਗੇ ਇੱਕ ਸਾਈਡ ਦੇ ਵਿੱਚ। ਤਾਂ ਪਹਿਲਾ ਸੌਂਗ ਜੇ ਆਪਾਂ ਨੇ 5ਵਾਂ ਸੌਂਗ ਪਲੇ ਕਰਨੇ ਤਾਂ ਪਹਿਲਾ ਸੌਂਗ ਆਪਾਂ ਨੂੰ ਪਲੇ ਕਰਨਾ ਪਊਗਾ, ਫਿਰ ਹੌਲੀ ਹੌਲੀ ਸੈਕਿੰਡ, ਥਰਡ, ਫਿਰ ਜਾ ਕੇ 5th ਸੌਂਗ ਸੁਣੂਗਾ ਆਪਾਂ ਨੂੰ। ਤਾਂ ਦੈਟਸ ਵਾਈ ਜਿਹੜੀ ਮੈਗਨੈਟਿਕ ਟੇਪ ਹੈ ਉਹਦੀ ਡਿਸਐਡਵਾਂਟੇਜ ਸੀਗੀ, ਜਿਹੜੀ ਕਿ ਮੈਗਨੈਟਿਕ ਡਿਸਕ ਵਿੱਚ ਐਡਵਾਂਟੇਜ ਹੋ ਗਈ, ਕਿਉਂਕਿ ਉੱਥੇ ਆਪਾਂ ਡਾਇਰੈਕਟ ਅਸੈਸ ਯੂਜ਼ ਕਰ ਸਕਦੇ ਹਾਂ। ਨੈਕਸਟ ਇੱਕ ਫੁੱਲ ਫਾਰਮ ਹੈ FPI ਸਟੈਂਡਸ ਫੋਰ। ਤਾਂ FPI ਕੰਪਿਊਟਰ ਦੇ ਟਰਮ 'ਚ ਫਰੇਮਸ ਪਰ ਇੰਚ ਹੁੰਦੀ ਹੈ। ਤਾਂ ਫਰੇਮਸ ਪਰ ਇੰਚ FPI ਦੀ ਫੁੱਲ ਫਾਰਮ ਹੈ। ਨੈਕਸਟ DVD is an example of an। ਤਾਂ ਜਿਹੜੀ DVD ਹੈ ਬੇਸਿਕਲੀ ਇਹ ਕਿਸ ਦੀ ਐਗਜ਼ਾਮਪਲ ਹੈਗੀ ਹੈ? ਇਹ DVD ਇੱਕ ਤੁਹਾਨੂੰ ਪਤਾ ਸਟੋਰੇਜ ਡਿਵਾਈਸ ਹੈਗੀ ਹੈ ਤੇ ਇੱਕ ਆਪਟੀਕਲ ਡਿਵਾਈਸ ਹੈ। CD, DVD, ਬਲੂ-ਰੇ ਡਿਸਕ ਇਹ ਸਾਰੀਆਂ ਆਪਟੀਕਲ ਡਿਵਾਈਸਿਸ ਨੇ, ਕਿਉਂਕਿ ਇਹ ਡਾਟੇ ਨੂੰ ਸਟੋਰ ਵੀ ਕਰਦੀਆਂ ਨੇ ਤੇ ਆਪਟੀਕਲੀ ਨੇ, ਕਿਉਂਕਿ ਇਹ ਲਾਈਟ ਦੇ ਬੇਸ ਦੇ ਉੱਤੇ ਚੱਲਦੀਆਂ ਨੇ। ਓਕੇ ਨੈਕਸਟ 132 ਕੁਐਸਚਨ ਦੇਖੋ। What is the brand name of the popular floppy disk manufactured by Allied Electronics and Magnetic Limited? ਤਾਂ ਇਹ ਕੰਪਨੀ Allied Electronics and Magnetic Limited ਨੇ ਇੱਕ ਫਲੋਪੀ ਡਿਸਕ ਬਣਾਈ ਸੀ, ਉਹਦਾ ਬ੍ਰਾਂਡ ਨੇਮ ਰੱਖਿਆ ਸੀਗਾ MCAT। ਤਾਂ C ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਨੈਕਸਟ ਫੋਰ ਵਿਊਇੰਗ ਵੀਡੀਓ CDs ਯੂ ਵੁੱਡ ਯੂਜ਼। ਜੇਕਰ ਆਪਣੇ ਕੋਲ CDs ਨੇ, ਆਪਾਂ ਨੇ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ, ਤਾਂ ਕੰਪਿਊਟਰ ਦੇ ਵਿੱਚ ਇੱਕ ਸੌਫਟਵੇਅਰ ਦਾ ਹੋਣਾ ਜ਼ਰੂਰੀ ਹੈ। ਤਾਂ ਉਹਨੂੰ ਕੀ ਬੋਲਦੇ ਆਪਾਂ? ਵਿੰਡੋਜ਼ ਮੀਡੀਆ ਪਲੇਅਰ ਬੋਲਦੇ ਆ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਵਿੰਡੋਜ਼ ਮੀਡੀਆ ਪਲੇਅਰ ਜਿੰਨੀ ਦੇਰ ਤੱਕ ਕੰਪਿਊਟਰ 'ਤੇ ਨਹੀਂ ਹੋਊਗਾ ਉਨੀ ਦੇਰ ਤੱਕ ਤੁਹਾਡੇ ਕੋਲ ਜਿਹੜੀ ਮਰਜ਼ੀ CD ਹੋਵੇ ਤੁਸੀਂ ਪਲੇ ਨਹੀਂ ਕਰ ਸਕਦੇ। ਓਕੇ, ਤਾਂ ਵਿੰਡੋਜ਼ ਮੀਡੀਆ ਪਲੇਅਰ ਦਾ ਹੋਣਾ ਜ਼ਰੂਰੀ ਹੈ। ਨੈਕਸਟ ਦੇਖੋ ਕੁਐਸਚਨ 134th question। The information stored in CD-ROM is in the form of। ਜਿਹੜੀ ਇਨਫੋਰਮੇਸ਼ਨ CD ਦੇ ਵਿੱਚ ਸਟੋਰ ਹੁੰਦੀ ਹੈ ਬੇਟਾ ਉਹ ਡਿਜੀਟਲੀ ਫਾਰਮ 'ਚ ਸਟੋਰ ਹੁੰਦੀ ਹੈ। ਤਾਂ D ਆਪਸ਼ਨ ਦੇ ਵਿੱਚ ਤੁਸੀਂ ਟਿਕ ਲਗਾ ਦੋਗੇ। ਠੀਕ ਹੈ ਨੈਕਸਟ ਹਾਊ ਮਚ ਡਾਟਾ ਕੈਨ ਬੀ ਸਟੋਰਡ ਇਨ ਅ CD। ਤਾਂ ਇੱਕ ਕੰਪੈਕਟ ਡਿਸਕ ਦੇ ਵਿੱਚ, ਇੱਕ CD ਦੇ ਵਿੱਚ ਆਪਾਂ ਕਿੰਨਾ ਕੁ ਡਾਟਾ ਸਟੋਰ ਕਰ ਸਕਦੇ ਹਾਂ? ਤਾਂ 700 MB ਡਾਟਾ ਆਪਾਂ ਸਟੋਰ ਕਰ ਸਕਦੇ ਹਾਂ। ਤਾਂ B ਆਪਸ਼ਨ 700 MB ਮੈਗਾਬਾਈਟ ਜਿਹਨੂੰ ਆਪਾਂ ਬੋਲਦੇ ਹਾਂ। ਤਾਂ 700 ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਓਕੇ ਨੈਕਸਟ Which of the following describes the characteristic of SRAM? ਦੇਖੋ ਬੇਟਾ ਜੇ ਪਹਿਲੇ ਪਾਰਟ ਵਿੱਚ ਤੁਸੀਂ ਬਹੁਤ ਧਿਆਨ ਨਾਲ ਪੜ੍ਹਿਆ ਹੋਊਗਾ ਤਾਂ ਮੈਂ SRAM ਤੇ DRAM ਦੀਆਂ ਕਰੈਕਟਰਿਸਟਿਕਸ ਦੱਸੀਆਂ ਸੀਗੀਆਂ ਵੀ ਜਿਹੜਾ SRAM ਹੈਗਾ ਬੇਟਾ ਉਹਦੀ ਕਰੈਕਟਰਿਸਟਿਕਸ ਕੀ ਨੇ ਬੇਟਾ? ਇੱਕ ਮੋਰ ਕਲੀਅਰ ਐਂਡ ਮੋਰ ਕੰਜ਼ੰਪਸ਼ਨ ਆਫ ਪਾਵਰ ਹੈ ਵੀ ਜਿਹੜਾ ਆਪਣਾ SRAM ਹੈ DRAM ਦੀ ਬਜਾਏ ਜ਼ਿਆਦਾ ਪਾਵਰ ਕੰਜ਼ਿਊਮ ਕਰਦਾ ਹੈਗਾ ਤੇ ਡਾਟੇ ਨੂੰ ਡਿਲੀਟ ਨਹੀਂ ਹੋਣ ਦਿੰਦਾ ਜਿੰਨੀ ਦੇਰ ਤੱਕ ਜਿਹੜੀ ਪਾਵਰ ਹੈ ਆਫ ਨਹੀਂ ਹੁੰਦੀ। ਤਾਂ ਦੈਟਸ ਵਾਈ B ਆਪਸ਼ਨ ਦੇ ਉੱਤੇ ਟਿਕ ਲਾ ਦੋਗੇ। ਇਹ ਜਿਹੜਾ C ਆਪਸ਼ਨ ਹੈ ਟ੍ਰਾਂਜਿਸਟਰ ਤੇ ਕੈਪੈਸਿਟਰ, ਇਹ ਬੇਸਿਕਲੀ DRAM 'ਚ ਹੁੰਦਾ। DRAM ਦੇ ਵਿੱਚ ਆਪਣਾ ਕੈਪੈਸਿਟਰ ਲੱਗਿਆ ਹੁੰਦਾ ਤੇ ਇੱਕ ਟ੍ਰਾਂਜਿਸਟਰ ਲੱਗਿਆ ਹੁੰਦਾ। ਓਕੇ ਨੈਕਸਟ ਵਿਚ ਆਫ ਦੀ ਫੋਲੋਇੰਗ ਮੈਮਰੀ ਚਿਪ ਇਜ਼ ਫਾਸਟਰ। ਦੇਖੋ ਬੇਟਾ ਆਪਾਂ ਨੂੰ ਪਤਾ ਹੈ ਵੀ DRAM ਤੇ SRAM ਦੋ ਐਗਜ਼ਾਮਪਲ ਦਿੱਤੀਆਂ ਨੇ, ਤਾਂ ਦੋਹਾਂ ਦੇ ਵਿੱਚ ਜਿਹੜੀ ਫਾਸਟਰ ਹੈ ਉਹ SRAM ਹੈ। ਤਾਂ SRAM ਜ਼ਿਆਦਾ ਫਾਸਟ ਹੈ ਐਜ਼ ਕੰਪੇਅਰ ਟੂ DRAM। ਤਾਂ C ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ ਨੈਕਸਟ ਕੁਐਸਚਨ A disk content that is recorded at the time of manufacture and that cannot be changed or erased by the user is। ਜਿਹੜਾ ਡਿਸਕ ਦੇ ਵਿੱਚ ਕੰਟੈਂਟ ਹੁੰਦਾ ਬੇਟਾ ਜੇ ਉਹ ਡਿਲੀਟ ਆਪਾਂ ਨਹੀਂ ਕਰ ਸਕਦੇ ਤੇ ਉਹ ਡਾਟਾ ਜਿਹੜਾ ਮੈਨੂਫੈਕਚਰਿੰਗ ਦੇ ਦੌਰਾਨ ਹੀ ਸਟੋਰ ਕੀਤਾ ਹੋਇਆ ਤਾਂ ਉਸ ਡਾਟੇ ਨੂੰ ਆਪਾਂ ਸਿਰਫ ਰੀਡ ਕਰ ਸਕਦੇ ਹਾਂ, ਉਹਦੇ ਵਿੱਚ ਕੁਝ ਲਿਖ ਨਹੀਂ ਸਕਦੇ ਨਵਾਂ। ਤਾਂ ਦੈਟਸ ਵਾਈ ਉਹ ਰੀਡ ਓਨਲੀ ਹੁੰਦਾ। ਤਾਂ ਜਿਹਨੂੰ ਆਪਾਂ ਰੋਮ ਕਹਿੰਦੇ ਹਾਂ ਬੇਸਿਕਲੀ, ਤਾਂ ਰੋਮ ਕੀ ਹੁੰਦਾ? ਰੀਡ ਓਨਲੀ ਮੈਮਰੀ ਹੁੰਦੀ ਹੈ। ਤਾਂ ਦੈਟਸ ਵਾਈ C ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ ਨੈਕਸਟ ਕੁਐਸਚਨ ਦੇਖੋ। ਤਾਂ ਨੈਕਸਟ ਕੁਐਸਚਨ ਦੇਖੋਗੇ ਬੇਟਾ ਡੈਸ਼ ਇਜ਼ ਦੀ ਪ੍ਰੋਸੈਸ ਆਫ
ਡਿਵਾਈਡਿੰਗ ਦੀ ਡਿਸਕ ਇਨਟੂ ਟਰੈਕਸ ਐਂਡ ਸੈਕਟਰਸ। ਜੇ ਆਪਾਂ ਡਿਸਕ ਨੂੰ ਟਰੈਕਸ ਤੇ ਸੈਕਟਰ ਦੇ ਵਿੱਚ ਡਿਵਾਈਡ ਕਰ ਰਹੇ ਹਾਂ ਤਾਂ ਇਸ ਨੂੰ ਆਪਾਂ ਫਾਰਮੈਟਿੰਗ ਬੋਲਦੇ ਆ। ਤਾਂ ਬੀ ਆਪਸ਼ਨ ਫਾਰਮੈਟਿੰਗ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਨੈਕਸਟ 140th ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਐਨ ਅਸੈਸ ਮੋਡ। ਤਾਂ ਇਹਨਾਂ ਵਿੱਚੋਂ ਕਿਹੜਾ ਅਸੈਸ ਮੋਡ ਨਹੀਂ ਹੈਗਾ? ਦੇਖੋ ਇੱਕ ਤਾਂ ਮੇਨ ਹੁੰਦਾ ਡਾਇਰੈਕਟ ਅਸੈਸ ਮੋਡ ਹੁੰਦਾ, ਇੱਕ ਸਿਕੁਐਂਸ਼ੀਅਲ ਅਸੈਸ ਮੋਡ ਹੁੰਦਾ। ਦੇਖੋ ਦੋਹੇ ਪਏ ਨੇ ਤਾਂ ਠੀਕ ਹੈ। ਤਾਂ ਰੈਂਡਮ ਵੀ ਹੁੰਦਾ, ਰੈਂਡਮ ਨੂੰ ਹੀ ਆਪਾਂ ਡਾਇਰੈਕਟ ਬੋਲਦੇ ਹਾਂ, ਰੈਂਡਮ ਅਸੈਸ ਮੈਮਰੀ ਆਪਾਂ ਰੈਮ ਕਹਿੰਦੇ ਹੁੰਦੇ ਹਾਂ, ਹੈ ਨਾ। ਤਾਂ ਬਟ ਕੰਟੀਨਿਊਸ ਨਹੀਂ ਹੁੰਦਾ, ਦੈਟਸ ਵਾਈ ਸੀ ਆਪਸ਼ਨ ਕੰਟੀਨਿਊਸ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ ਡੀਅਰ, ਨੈਕਸਟ frequently assessed ਇਨਫੋਰਮੇਸ਼ਨ ਇਜ਼ ਹੈਲਡ ਇਨ। ਜਿਹੜੀ ਇਨਫੋਰਮੇਸ਼ਨ ਬੇਟਾ ਆਪਾਂ ਬਾਰ-ਬਾਰ ਫ੍ਰੀਕੁਐਂਟਲੀ ਯੂਜ਼ ਕਰੀ ਜਾਂਦੇ ਆ, ਉਹ ਵਾਲਾ ਡਾਟਾ ਬੇਸਿਕਲੀ ਕਿਸ ਦੇ ਵਿੱਚ ਸਟੋਰ ਕੀਤਾ ਹੁੰਦਾ ਹੈ? ਉਹ ਵਾਲਾ ਡਾਟਾ ਬੇਟਾ ਕੈਸ਼ ਮੈਮਰੀ ਵਿੱਚ ਸਟੋਰ ਕੀਤਾ ਹੁੰਦਾ। ਤਾਂ ਬੀ ਆਪਸ਼ਨ ਕੈਸ਼ ਮੈਮਰੀ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਨੈਕਸਟ the primary device that a computer uses to store the information is। ਤਾਂ ਜਿਹੜੀ ਪ੍ਰਾਇਮਰੀ ਡਿਵਾਈਸ ਹੈਗੇ ਜਿਸ ਦੇ ਵਿੱਚ ਆਪਾਂ ਡਾਟੇ ਨੂੰ ਸਟੋਰ ਕਰ ਸਕਦੇ ਆ, ਤਾਂ ਉਹ ਇੱਕ ਕੀ ਹੁੰਦੀ ਹੈ? ਹਾਰਡ ਡਰਾਈਵ ਹੁੰਦੀ ਹੈ। ਤਾਂ ਕਿਹੜੀ ਡਰਾਈਵ ਹੈ? ਹਾਰਡ ਡਰਾਈਵ। ਇਹਨਾਂ ਵਿੱਚ ਜਿਹੜੇ 3-4 ਐਗਜ਼ਾਮਪਲ ਦਿੱਤੇ ਹਨ ਤਾਂ ਹਾਰਡ ਡਰਾਈਵ ਦੇ ਵਿੱਚ ਹੀ, ਹਾਰਡ ਡਿਸਕ ਹਾਰਡ ਡਰਾਈਵ ਦੇ ਵਿੱਚ ਹੀ ਆਪਾਂ ਡਾਟੇ ਨੂੰ ਸਟੋਰ ਕਰ ਸਕਦੇ ਆ। ਬੇਟਾ ਪਹਿਲਾਂ ਮੈਂ ਕਹਿ ਰਿਹਾ ਵੀ ਜੇਕਰ ਕਿਸੇ ਨੇ ਹਜੇ 3 ਪਾਰਟਸ ਵੀਡੀਓਜ਼ ਦੇ ਨਹੀਂ ਦੇਖੇ ਤਾਂ ਇਸ ਤੋਂ ਪਹਿਲਾਂ ਆਪਣੇ 3 ਪਾਰਟ ਡਿਸਕਸ ਹੋ ਚੁੱਕੇ ਨੇ, ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਕੰਪਿਊਟਰ ਅਵੇਅਰਨੈਸ ਦੇ ਵਿੱਚ MS ਵਰਡ ਵੀ ਪੂਰਾ ਕੰਪਲੀਟ ਹੈ, ਉਸਦੇ 1-2 ਪਾਰਟ ਪੈਂਡਿੰਗ ਚੱਲਦੇ ਨੇ, ਵੈਰੀ ਸੂਨ ਆ ਜਾਣਗੇ। ਕੰਪਿਊਟਰ ਮੈਮਰੀ ਚੈਪਟਰ ਅੱਜ ਪੂਰਾ ਕੰਪਲੀਟ ਹੋ ਜਾਊਗਾ। ਪਲੀਜ਼ ਫਰੈਂਡਸ ਦੇ ਸ਼ੇਅਰ ਕਰੋ ਵੀਡੀਓਜ਼ ਨੂੰ, ਤੁਹਾਨੂੰ ਬਹੁਤ ਐਕਸਟਰਾ ਕੁਐਸਚਨ ਦੇਖ ਲਓ। ਇੱਕ ਚੈਪਟਰ ਦੇ ਆਪਾਂ 150 ਪਲੱਸ ਕੁਐਸਚਨ ਡਿਸਕਸ ਕਰ ਰਹੇ ਹਾਂ, ਜਿਹੜੇ ਤੁਹਾਡੇ ਆਉਣ ਵਾਲੇ ਐਗਜ਼ਾਮਾਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਦੇਣਗੇ ਤੁਹਾਨੂੰ। 15 ਮਾਰਕਸ ਦਾ ਪਟਵਾਰੀ ਦੇ ਵਿੱਚ ਕੰਪਿਊਟਰ ਨੇ ਆਉਣਾ, ਬਹੁਤ ਇੰਪੋਰਟੈਂਟ ਹੈ। ਧਿਆਨ ਨਾਲ ਰੀਡ ਕਰਦੇ ਰਹੋ ਬੇਟਾ, ਲੋਕਡਾਊਨ ਪੀਰੀਅਡ ਹਜੇ ਚੱਲਦਾ ਰਹੂਗਾ, ਤੁਸੀਂ ਆਪਣੀ ਸਟੱਡੀ ਕਰਦੇ ਰਹੋ ਬਸ ਆਪਣਾ ਬੇਟਾ। ਸਟੇ ਟਿਊਨਡ ਵਿਦ ਚੈਨਲ। ਤਾਂ ਬੱਚਿਆਂ ਨੂੰ, ਦੂਜੇ ਨਵੇਂ ਬੱਚਿਆਂ ਨੂੰ ਵੀ ਸਬਸਕ੍ਰਾਈਬ ਕਰਾਓ ਚੈਨਲ ਨੂੰ ਬੇਟਾ, ਵੀ ਤਾਂ ਜੋ ਹਰ ਬੱਚੇ ਲਵੇ ਇੱਕ ਚੰਗਾ ਡਾਟਾ ਪਹੁੰਚ ਸਕੇ ਬੇਟਾ। ਨੈਕਸਟ a removable magnetic disk that hold information is। ਦੇਖੋ ਇੱਕ ਤਾਂ ਹੁੰਦੀਆਂ ਨੇ ਬਿਲਕੁਲ ਫਿਕਸ ਹੁੰਦੀਆਂ ਨੇ ਕੰਪਿਊਟਰ ਦੇ ਵਿੱਚ ਮੈਮਰੀ ਡਿਵਾਈਸਿਸ, ਬਟ ਕੁਝ ਮੈਮਰੀ ਡਿਵਾਈਸਿਸ ਅਜਿਹੀਆਂ ਹੁੰਦੀਆਂ ਨੇ ਜਿਹਨੂੰ ਆਪਾਂ ਰਿਮੂਵ ਕਰ ਸਕਦੇ ਹਾਂ। ਤਾਂ ਜਿਵੇਂ ਆਪਾਂ ਫਲੋਪੀ ਡਿਸਕ ਨੂੰ ਆਪਾਂ ਰਿਮੂਵ ਕਰ ਸਕਦੇ ਹਾਂ, ਤਾਂ ਇਹ ਆਪਸ਼ਨ ਤੁਸੀਂ ਫਲੋਪੀ ਡਿਸਕ ਦੇ ਉੱਤੇ ਟਿਕ ਲਗਾ ਸਕਦੇ ਹੋ। ਠੀਕ ਹੈ, ਨੈਕਸਟ ਕੰਪਿਊਟਰ ਮੈਮਰੀ ਇਜ਼ ਨੋਰਮਲੀ ਮੇਜ਼ਰਡ ਇਨ। ਤਾਂ ਜਿਹੜੀ ਕੰਪਿਊਟਰ ਦੇ ਵਿੱਚ ਮੈਮਰੀ ਹੁੰਦੀ ਆ ਉਹਨੂੰ ਆਪਾਂ ਬੇਸਿਕਲੀ ਕਿਸ ਦੇ ਵਿੱਚ ਮੇਜ਼ਰ ਕਰਦੇ ਆ? ਮੈਗਾਬਾਈਟਸ ਵਿੱਚ ਮੇਜ਼ਰ ਕਰਦੇ। ਤਾਂ ਬੀ ਆਪਸ਼ਨ ਮੈਗਾਬਾਈਟਸ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਠੀਕ ਹੈ, ਨੈਕਸਟ in order to reproduce sound a compact disc audio player uses a। ਦੇਖੋ ਆਪਾਂ CD ਦੀ ਗੱਲ ਕੀਤੀ ਹੈ ਤਾਂ ਕੰਪੈਕਟ ਡਿਸਕ ਆਪਾਂ ਨੂੰ ਪਤਾ ਹੈ ਇੱਕ ਆਪਟੀਕਲ ਡਿਵਾਈਸ ਹੈ। ਕਹਿੰਦਾ ਉਹਨੂੰ ਸਾਊਂਡ ਪ੍ਰੋਡਿਊਸ ਕਰਨ ਦੇ ਲਈ ਕਿਸ ਦਾ ਯੂਜ਼ ਕਰਨਾ ਪਊਗਾ? ਤਾਂ ਓਬਵੀਅਸ ਗੱਲ ਹੈ ਇੱਕ ਆਪਟੀਕਲ ਡਿਵਾਈਸ ਹੈਗਾ ਤਾਂ ਲਾਈਟ ਦਾ ਯੂਜ਼ ਕਰੂਗਾ। ਤਾਂ ਇਹਨਾਂ ਵਿੱਚੋਂ ਲਾਈਟ ਕਿਹਦੇ 'ਚ ਮਿਲੂਗੀ? ਆਪਾਂ ਨੂੰ ਲੇਜ਼ਰ ਬੀਮ 'ਚੋਂ ਮਿਲੂਗੀ। ਦੈਟਸ ਵਾਈ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਓਕੇ, ਨੈਕਸਟ ਦੀ CD ROM ਡਰਾਈਵ ਇਜ਼ ਯੂਜ਼ ਟੂ। ਤਾਂ ਜਿਹੜਾ CD ROM ਡਰਾਈਵ ਹੈ ਬੇਸਿਕਲੀ ਆਪਣੀ ਪਲੇ ਕੰਪੈਕਟ ਡਿਸਕ। ਤਾਂ ਇਹ ਜਿਹੜੀ ਕੰਪੈਕਟ ਡਿਸਕ ਹੁੰਦੀ ਆ ਉਹਨੂੰ ਪਲੇ ਕਰਨ ਦੇ ਲਈ ਕੰਮ ਆਉਂਦਾ। ਤਾਂ ਇਹ ਆਪਸ਼ਨ ਪਲੇ ਕੰਪੈਕਟ ਡਿਸਕ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਨੈਕਸਟ ਇਨਫੋਰਮੇਸ਼ਨ ਸਟੋਰਡ ਇਨ ਰੈਮ ਨੀਡ ਟੂ ਬੀ। ਜਿਹੜੀ ਵੀ ਇਨਫੋਰਮੇਸ਼ਨ ਬੇਟਾ ਰੈਮ 'ਚ ਸਟੋਰ ਹੁੰਦੀ ਹੈ ਉਸ ਨੂੰ ਆਪਾਂ ਨੇ ਰੀਫਰੈਸ਼ ਪੀਰੀਓਡਿਕਲੀ ਕਰਨਾ ਹੁੰਦਾ। ਤਾਂ ਬੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਤਾਂ ਜੋ ਜਿਹੜਾ ਰੈਮ ਦਾ ਡਾਟਾ ਹੈਗਾ ਉਹ ਸਟੋਰ ਹੀ ਰਵੇ। ਜੇ ਆਪਾਂ ਨੇ ਪਹਿਲਾਂ ਡੀ ਰੈਮ 'ਚ ਪੜ੍ਹਿਆ ਸੀਗਾ ਵੀ ਡੀ ਰੈਮ ਦੇ ਵਿੱਚ ਡਾਟੇ ਨੂੰ ਰੀਫਰੈਸ਼ ਕਰਨਾ ਹੁੰਦਾ ਹੈ ਵੀ ਤਾਂ ਜੋ ਕਪੈਸਿਟਰ ਦੇ ਵਿੱਚ ਡਾਟਾ ਸਟੋਰ ਰਹੀ ਜਾਵੇ। ਤਾਂ ਦੈਟਸ ਵਾਈ ਰੀਫਰੈਸ਼ ਪੀਰੀਓਡਿਕਲੀ ਦੇ ਉੱਤੇ ਬੀ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਬੀ ਆਪਸ਼ਨ। ਨੈਕਸਟ ਫਲੋਪੀ ਡਿਸਕ ਆਰ ਆਰਗੇਨਾਈਜ਼ਡ ਐਜ਼। ਤਾਂ ਜਿਹੜੇ ਫਲੋਪੀ ਡਿਸਕ ਨੇ ਉਸ ਨੂੰ ਆਪਾਂ ਕਿਵੇਂ ਆਰਗੇਨਾਈਜ਼ ਕਰਦਾ? ਟਰੈਕਸ ਤੇ ਸੈਕਟਰਸ ਬਣਾ ਕੇ। ਤਾਂ ਸੀ ਆਪਸ਼ਨ ਟਰੈਕਸ ਤੇ ਸੈਕਟਰਸ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਠੀਕ ਹੈ, ਨੈਕਸਟ ਦੀ ਸਟੋਰੇਜ ਡਿਵਾਈਸ ਯੂਜ਼ ਟੂ ਕੰਪਨਸੇਟ ਫॉर ਦੀ ਡਿਫਰੈਂਸ ਇਨ ਰੇਟਸ ਆਫ ਫਲੋ
ऑफ डाटा फ्रॉम वन डिवाइस टू अनदर इज टर्म्ड एज। तो ਕਿਹੜੀ स्टोरेज डिवाइस है बेटा ਜਿਹੜਾ ਕੰਪਨਸੇਟ ਕਰਦਾ ਹੈ, ਮਤਲਬ ਜਿਹੜਾ ਘਟਾਉਂਦਾ ਹੈ ਕਿਸੇ ਚੀਜ਼ ਨੂੰ ਮਤਲਬ ਟਾਈਮ ਨੂੰ ਘਟਾ ਰਿਹਾ ਹੈ ਵੀ ਜੋ ਡਾਟਾ ਫਲੋ ਹੋ ਰਿਹਾ ਇੱਕ ਪਲੇਸ ਤੋਂ ਜੇ ਤਾਂ ਟਾਈਮ ਘਟ ਜਾਵੇ ਤਾਂ ਉਹ ਹੁੰਦਾ ਯੂਜ਼ ਕਰਦਾ ਆਪਾਂ ਬਫਰ। ਤਾਂ ਬੀ ਆਪਸ਼ਨ ਬਫਰ ਇੱਕ ਸਟੋਰੇਜ ਡਿਵਾਈਸ ਹੈ ਜਿਸ ਦੇ ਵਿੱਚ ਡਾਟਾ ਸਟੋਰ ਹੁੰਦਾ ਥੋੜਾ ਜਿਹੜਾ ਮੋਸਟ ਇੰਪੋਰਟੈਂਟ ਹੁੰਦਾ। ਠੀਕ ਹੈ ਨੈਕਸਟ यूनिट ऑफ स्टोरेज कैपेसिटीज़। तो स्टोरेज कैपेसिटी की यूनिट किहदे विच हुंदी है बेटा बिट दे विच हुंदी है, बाइनरी डिजिट जिन्हों तुसीं कहंदे हो। तो बी ऑप्शन बिट दे उत्ते तुसीं टिक लगा दोगे, बी ऑप्शन बिट दे उत्ते तुसीं टिक लगा दोगे। ठीक है नैक्सट विच ऑफ द फॉलोइंग इज नोट आ रोम। भी इन्हां विच किहड़ी रोम दी टाइप नहीं हैगी। आपां थ्योरी पॉइंट कीता सीगा रोम अपना पी रोम भी हुंदा है, ई रोम भी हुंदा ते ई पी रोम भी हुंदा है, बट ई डी पी रोम नहीं होंदा। दैट्स वाई इहदे उत्ते तुसीं टिक लगा दोगे। तो डी ऑप्शन ई डी पी रोम ना दी कोई भी रोम अपने लवे अवेलेबल नहीं हैगी। ठीक है नैक्सट डैश इज द एबिलिटी ऑफ अ डिवाइस टू जंप डायरैक्टली टू द रिक्वेस्टेड डाटा। तो बेटा अजिही किहड़ी अपने कोल एबिलिटी है भी अपना जिथे जंप करन दा जी करदा उत्थे आपां रिक्वेस्टेड जंप कर सकते हैं। तो इसनूं आपां रैंडम असैस बोलते हैं। तो बी ऑप्शन रैंडम असैस दे उत्ते तुसीं टिक लगा सकते हो। दैट्स इहदा नाम ही रैंडम असैस कह रहा भी जिन्नियां भी तो 50 सॉन्ग ने तुसीं जिहड़ा मर्जी सॉन्ग रैंडमली सलैक्ट कर सकते हो। तो रैंडम असैस अपने कोल अजिही एबिलिटी है भी आपां जिहड़ा मर्जी सॉन्ग अपनी प्लेलिस्ट विच डायरैक्ट असैस कर सकते हैं। ठीक है नैक्सट क्वेश्चन देखो द डैश इज द अमाउंट ऑफ डाटा दैट अ स्टोरेज डिवाइस कैन मूव फ्रॉम द स्टोरेज टू द कंप्यूटर पर सैकेंड। तो उसनों आपां की बोलते हैगे आ डाटा ट्रांसफर रेट बोलते हैं जिस रेट के उत्ते जिस स्पीड ते डाटा ट्रांसफर हुंदा स्टोरेज तो एक दूजे कंप्यूटर दे विच। तो डाटा ट्रांसफर रेट। तो अपने 153 क्वेश्चन डिस्कस हो गए। नेक्स्ट डायनामिक रैम कंज्यूम डैश पावर एंड डैश दैन दी स्टैटिक रैम। देखो डी रैम ते एस रैम का आपने दस्सिया सीगा डी रैम दे विच लैस पावर का यूज हुंदा है ते यह एस रैम नालों स्लो हुंदा। दैट्स वाई सी दे उत्ते तुसीं टिक ला दोगे। डी रैम बेसिकली जिहड़ा हुंदा है पावर नूं भी घट कंज्यूम करदा ते हुंदा भी स्लो है। एस रैम पावर का ज़्यादा कंज्यूम करदा है तो उसकी स्पीड डी रैम नालों ज़्यादा हुंदी है एस रैम दी। आपां पहला डिफरेंस दे विच कर चुके हैं थ्योरी पॉइंट पार्ट 1 दे विच। तो उन्होंने ध्यान नाल स्टडी करो बेटा। मैं बार बार कहना मैं इस चैनल के थ्रू तुहानूं बहुत ज़्यादा इन्फॉर्मेशन देने की कोशिश कर रहा। तो प्लीज़ वीडियोज़ नूं बेटा अगे शेयर जरूर करा करो बेटा क्योंकि देखो स्टूडेंट्स बारे तुसीं जानते हो मैं सिर्फ यूट्यूब ते वीडियो अपलोड कर सकदा। ज़्यादा तो ज़्यादा बच्चों वाल वीडियो नूं शेयर जरूर करो। ठीक है नैक्सट बोथ दी ALU एंड कंट्रोल सैक्शन हैव स्पैशल परपज स्टोरेज लोकेशन कॉल्ड। तो ALU ते कंट्रोल सैक्शन दे विच एक स्पैशल परपज स्टोरेज लोकेशन हुंदे ने उसनूं आपां की बोलदे आ रजिस्टर्स बोलदे आ। तो बी ऑप्शन रजिस्टर दे उत्ते तुसीं टिक लगा सकते हो। ठीक है नैक्सट दी कैपेसिटी ऑफ 3.5 इंच फ्लॉपी डिस्क इज। तो जो 3.5 इंच की फ्लॉपी डिस्क है बेसिकली तो उस दे विच आपां किन्ना का डाटा स्टोर कर सकते हैं 1.44 MB डाटा। तो देखो पहला फ्लॉपी डिस्क सिर्फ 1.44 MB का डाटा ही स्टोर हो सकता सीगा। तो डी ऑप्शन के उत्ते तुसीं टिक लगा दोगे। नैक्सट वेयर आर प्रोग्राम्स एंड डाटा टू बी यूज्ड बाय द कंप्यूटर अवेलेबल। तो कंप्यूटर दे विच तुसीं जो भी प्रोग्राम या डाटा यूज़ कर रहे हो बेसिकली कित्थे हुंदा स्टोरेज दे विच हुंदा मैमरी दे विच पिया हुंदा। तो सी ऑप्शन दे उत्ते तुसीं टिक लगा दोगे। ठीक है नैक्सट द डिफरेंस बिटवीन मैमरी एंड स्टोरेज इज दैट मैमरी इज डैश एंड स्टोरेज इज डैश। देखो वर्ड मैमरी ते स्टोरेज दोहां दा काम की है डाटे नूं स्टोर करना। बट जिहड़ा मैमरी है बेटा डाटे नूं टैंपररी स्टोर करदा है बट जिहड़ा स्टोरेज वर्ड है डाटे नूं परमानेंट स्टोर करदा है। तो टैंपररी ते परमानेंट ए ऑप्शन दे उत्ते तुसीं टिक लगा दोगे। मैमरी टैंपररी स्टोर करदा है तो जिहड़ा अपना स्टोरेज है ये परमानेंट स्टोर करदा। तो ए ऑप्शन बिल्कुल ठीक है। नैक्सट
ਵਿਚ ਆਫ ਦੀ ਫੋਲੋਇੰਗ ਇਜ਼ ਦੀ ਮੈਗਨੈਟਿਕ ਸਟੋਰੇਜ ਡਿਵਾਈਸ। ਤਾਂ ਇਹਨਾਂ ਵਿੱਚ ਕਹਿੰਦਾ ਮੈਗਨੈਟਿਕ ਸਟੋਰੇਜ ਡਿਵਾਈਸ ਕਿਹੜੀ ਹੈਗੀ ਹੈ। ਜਿਵੇਂ ਦੇਖੋ ਆਪਾਂ ਨੂੰ ਉਹਦਾ ਕੰਪੈਕਟ ਡਿਸਕ ਤਾਂ ਆਪਣੀ ਕਿਹੜੀ ਹੁੰਦੀ ਆ, ਆਪਟੀਕਲ ਹੁੰਦੀ ਹੈ, ਠੀਕ ਹੈ ਨਾ। ਦੈਟਸ ਵਾਈ ਬੀ ਵੀ ਗਲਤ ਹੋ ਗਿਆ, ਡੀ ਵੀ ਗਲਤ ਹੋ ਗਿਆ, ਕਿਉਂਕਿ ਆਲ ਆਫ ਦੀਜ਼ ਤਾਂ ਗਲਤੀ ਹੋ ਗਿਆ। ਫਿਰ ਤਾਂ ਆਡੀਓ ਟੇਪ ਤੇ ਹਾਰਡ ਡਿਸਕ ਰਹਿ ਗਿਆ। ਆਪਾਂ ਨੂੰ ਪਤਾ ਵੀ ਹਾਰਡ ਡਿਸਕ ਤਾਂ ਆਪਣਾ ਬਿਲਕੁਲ ਪੜਿਆ ਹੋਇਆ ਵੀ ਹਾਰਡ ਡਿਸਕ ਹੋ ਗਿਆ, ਫਲੋਪੀ ਡਿਸਕ ਹੋ ਗਿਆ, ਮੈਗਨੈਟਿਕ ਟੇਪ ਹੋ ਗਿਆ। ਇਹ ਸਾਰੀਆਂ ਕੀ ਹੁੰਦੀਆਂ ਨੇ, ਮੈਗਨੈਟਿਕ ਸਟੋਰੇਜ ਡਿਵਾਈਸਿਸ ਹੀ ਹੁੰਦੀਆਂ ਨੇ। ਦੈਟਸ ਵਾਈ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ। ਨੈਕਸਟ, dash act as temporary high speed holding area between the memory and the CPU thereby improving the processing capability। ਤਾਂ ਇਹਨਾਂ ਵਿੱਚ ਕਹਿੰਦਾ ਕਿ ਕਿਹੜੀ ਹੈ ਜਿਹੀ ਟੈਂਪਰਰੀ ਹੈ ਹਾਈ ਸਪੀਡ ਹੋਲਡਿੰਗ ਏਰੀਆ ਹੈ, ਜਿਹੜਾ ਮੈਮਰੀ ਤੇ CPU ਦੇ ਵਿਚਕਾਰ ਹੁੰਦਾ ਹੈ ਵੀ ਤਾਂ ਜੋ ਸਪੀਡ ਇੰਪਰੂਵ ਹੋ ਸਕੇ, ਤਾਂ ਉਸ ਨੂੰ ਆਪਾਂ ਕੈਸ਼ ਮੈਮਰੀ ਕਹਿੰਦੇ ਹਾਂ। ਆਪਾਂ ਨੇ ਪਹਿਲਾਂ ਵੀ ਇਹੋ ਜਿਹਾ ਕੁਐਸਚਨ ਕੀਤਾ ਸੀਗਾ ਵੀ ਮੈਮਰੀ ਤੇ CPU ਦੇ ਵਿਚਕਾਰ ਇੱਕ ਆਪਣਾ ਕੈਸ਼ ਮੈਮਰੀ ਹੁੰਦੀ ਹੈ। ਕੈਸ਼ ਮੈਮਰੀ ਦੇ ਵਿੱਚ ਉਹ ਵਾਲੇ ਇੰਸਟਰਕਸ਼ਨ ਜਾਂ ਉਹ ਵਾਲੇ ਫਾਈਲਸ ਸੇਵ ਹੁੰਦੀਆਂ ਨੇ ਜਿਹੜੀਆਂ ਬਾਰ-ਬਾਰ ਆਪਣੀਆਂ ਯੂਜ਼ ਹੁੰਦੀਆਂ ਰਹਿੰਦੀਆਂ ਨੇ ਵੀ ਤਾਂ ਜੋ ਕੰਪਿਊਟਰ ਦੇ ਵਿੱਚ ਸਪੀਡ ਅਪ ਬਣੀ ਰਵੇ। ਓਕੇ, ਨੈਕਸਟ, which of the following are advantage of CD-ROM as a storage media। ਤਾਂ CD-ROM ਦੀ ਬੇਟਾ ਕੀ ਐਡਵਾਂਟੇਜ ਨੇ। ਦੇਖੋ CD-ROM ਬਿਲਕੁਲ ਹੀ ਇਨਐਕਸਪੈਂਸਿਵ ਹੈ, ਕੋਈ ਜ਼ਿਆਦਾ ਕੋਸਟਲੀ ਨਹੀਂ ਹੈਗਾ ਡਾਟੇ ਨੂੰ ਸਟੋਰ ਕਰਨ ਦੇ ਲਈ। CD-ROM ਡਿਸਕ ਰੀਟਰਾਈਵ ਡਾਟਾ ਐਂਡ ਇਨਫੋਰਮੇਸ਼ਨ ਮੋਰ ਕੁਇਕਲੀ। CD ਦੇ ਵਿੱਚੋਂ ਆਪਾਂ ਡਾਟਾ ਮੋਰ ਕੁਇਕਲੀ ਰਿਟਰਾਈਵ ਕਰ ਸਕਦੇ ਹਾਂ। CD-ROM ਮੇਕਸ ਲੈਸ ਐਰਰ ਦੈਨ ਮੈਗਨੈਟਿਕ ਮੀਡੀਆ। CD-ROM 'ਚ ਐਰਰ ਵੀ ਬਹੁਤ ਘੱਟ ਹੁੰਦੇ ਨੇ। ਤਾਂ ਦੈਟਸ ਵਾਈ ਆਲ ਆਫ ਦੀ ਅਬਵ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ। ਤਾਂ ਬੀ ਆਪਸ਼ਨ ਆਲ ਆਫ ਦੀ ਅਬਵ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ। ਨੈਕਸਟ, ਵਿਚ ਆਫ ਦੀ ਫੋਲੋਇੰਗ ਹੈਜ਼ ਦੀ ਸਮੋਲੈਸਟ ਸਟੋਰੇਜ ਕਪੈਸਿਟੀ। ਤਾਂ ਜਿਹੜੇ ਚਾਰ ਆਪਸ਼ਨ ਗਿਵਨ ਨੇ ਤਾਂ ਇਹਨਾਂ ਵਿੱਚੋਂ ਸਭ ਤੋਂ ਸਮੋਲੈਸਟ ਸਟੋਰੇਜ ਕਪੈਸਿਟੀ ਫਲੋਪੀ ਡਿਸਕ ਹੈ। ਦੇਖੋ ਆਪਾਂ ਨੇ ਹੁਣੇ ਕੀਤਾ ਸੀਗਾ ਵੀ ਜਸਟ ਫਲੋਪੀ ਡਿਸਕ ਵਿੱਚ 1.44 MB ਦਾ ਡਾਟਾ ਆਪਾਂ ਸਟੋਰ ਕਰ ਸਕਦੇ, ਜਿਹੜਾ ਇੱਕ ਬਹੁਤ ਛੋਟੇ ਜਿਹਾ, ਇੱਕ ਤੁਸੀਂ ਇੱਕ ਆਪਣੇ ਮੋਬਾਈਲ ਫੋਨ ਦੇ ਵਿੱਚ ਇੱਕ ਫੋਟੋ ਕਲਿੱਕ ਕਰੋ ਤਾਂ ਉਹ ਵੀ ਇੱਕ 5-6 MB ਦੀ ਹੋ ਜਾਂਦੀ। ਦੇਖੋ ਉਸ ਸਮੇਂ 1.44 MB ਇੱਕ ਫਲੋਪੀ ਡਿਸਕ ਵਿੱਚ ਡਾਟਾ ਸਟੋਰ ਕਰ ਸਕਦੇ ਸੀਗੇ। ਦੀ ਟਰਮ ਬਿਟ ਇਜ਼ ਸ਼ਾਰਟ ਫਾਰਮ। ਤਾਂ ਜਿਹੜੇ ਆਪਾਂ ਬਿਟ ਯੂਜ਼ ਕਰਦੇ ਆ ਤਾਂ ਬਿਟ ਦੇ ਵਿੱਚ ਦੋ ਡਿਜਿਟ ਹੁੰਦੇ ਨੇ, ਇੱਕ 0 ਤੇ 1, ਜਿਹਨੂੰ ਆਪਾਂ ਬਾਈਨਰੀ ਡਿਜਿਟ ਬੋਲਦੇ ਆ। ਤਾਂ ਬਿਟ ਸਟੈਂਡਸ ਫॉर ਬਾਈਨਰੀ ਡਿਜਿਟ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ। ਨੈਕਸਟ, ਦੀ ਸਾਈਜ਼ ਆਫ ਐਨੀ ਵਰਡ ਇਨ ਅ ਕੰਪਿਊਟਰ ਇਜ਼ ਮੇਜ਼ਰਡ ਇਨ। ਤਾਂ ਸਾਈਜ਼ ਆਫ ਐਨੀ ਵਰਡ, ਜਿਹੜਾ ਵਰਡ ਹੁੰਦਾ ਕੰਪਿਊਟਰ ਦੇ ਵਿੱਚ ਉਹ ਆਪਾਂ ਮੇਜ਼ਰ ਕਰਦੇ ਕਿਹਦੇ ਵਿੱਚ ਮੇਜ਼ਰ ਕਰਦੇ, ਬਿਟਸ ਦੇ ਵਿੱਚ ਮੇਜ਼ਰ ਕਰਦੇ। ਤਾਂ ਇਹ ਆਪਸ਼ਨ ਬਿਟਸ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ, ਠੀਕ ਹੈ। ਨੈਕਸਟ, ਹਾਊ ਮੈਨੀ ਬਾਈਟਸ ਆਰ ਦੇਅਰ ਇਨ 1 GB। ਤਾਂ 1 GB ਕੀ ਹੁੰਦਾ। ਦੇਖੋ ਮੈਂ ਤੁਹਾਨੂੰ ਤਿੰਨ ਵਰਡ ਦਿੱਤੇ ਨੇ, ਕਿਲੋ ਹੁੰਦਾ, ਕੇ ਹੁੰਦਾ 10 ਦੀ ਪਾਵਰ 3 ਹੁੰਦਾ ਬੇਟਾ, ਇੱਕ ਹੁੰਦਾ ਆਪਣਾ ਕੋਲ ਮੈਗਾ ਹੁੰਦਾ ਬੇਟਾ 10 ਦੀ ਪਾਵਰ 6 ਹੁੰਦਾ, ਇੱਕ ਗੀਗਾ ਹੁੰਦਾ ਬੇਟਾ ਉਹ ਹੁੰਦਾ 10 ਦੀ ਪਾਵਰ 9 ਹੁੰਦਾ। ਤਾਂ ਇਹਨੇ ਗੀਗਾਬਾਈਟ ਪੁੱਛਿਆ ਤਾਂ ਓਬਵੀਅਸ ਗੱਲ ਆ 10 ਦੀ ਪਾਵਰ 9 ਬਾਈਟਸ ਹੁੰਦਾ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ ਬੇਟਾ। ਨੈਕਸਟ, ਵਟ ਵਿਲ ਹੈਪਨ ਵੈਨ ਦੀ ਮੈਮਰੀ ਚਿਪ ਇਜ਼ ਵੋਲਾਟਾਈਲ। ਤਾਂ ਜਦੋਂ ਮੈਮਰੀ ਚਿਪ ਵੋਲਾਟਾਈਲ ਹੋਏਗੀ ਤਾਂ ਤੁਹਾਨੂੰ ਪਤਾ ਹੈ ਪਾਵਰ ਆਫ ਹੋਣ ਤੋਂ ਬਾਅਦ ਉਸਦਾ ਡਾਟਾ ਡਿਲੀਟ ਹੋ ਜਾਂਦਾ ਹੁੰਦਾ। ਤਾਂ ਲੋਸ ਆਫ ਕੰਟੈਂਟ ਡਿਊ ਟੂ ਲੋਸ ਆਫ ਕਰੰਟ। ਤਾਂ ਜਦੋਂ ਪਾਵਰ ਖਤਮ ਹੋ ਗਈ, ਕਰੰਟ ਖਤਮ ਹੋ ਗਿਆ ਤਾਂ ਦੈਟਸ ਵਾਈ ਕੰਟੈਂਟ ਵੀ ਕੀ ਹੋ ਜਾਊਗਾ, ਖਤਮ ਹੋ ਜਾਏਗਾ। ਤਾਂ ਸੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ। ਨੈਕਸਟ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਟਰੂ ਅਬਾਊਟ ਰੈਮ। ਤਾਂ ਚਾਰ ਆਪਸ਼ਨ ਨੇ ਇਹਨਾਂ 'ਚ, ਰੈਮ ਵਿੱਚ ਕਿਹੜੀ ਗੱਲ ਠੀਕ ਨਹੀਂ ਹੈਗੀ। ਰੈਮ ਇਜ਼ ਅ ਟੈਂਪਰਰੀ ਸਟੋਰੇਜ, ਬਿਲਕੁਲ ਓਬਵੀਅਸ ਗੱਲ ਹੈ, ਰੈਮ ਟੈਂਪਰਰੀ ਸਟੋਰੇਜ ਡਿਵਾਈਸ ਹੈ। ਰੈਮ ਇਜ਼ ਸੇਮ ਐਜ਼ ਹਾਰਡ ਡਿਸਕ, ਬਸ ਇਹੀ ਗਲਤ ਹੈ। ਰੈਮ ਤਾਂ ਹੈਗਾ ਵੋਲਾਟਾਈਲ, ਹਾਰਡ ਡਿਸਕ ਹੈਗਾ ਨੋਨ ਵੋਲਾਟਾਈਲ। ਤਾਂ ਦੈਟਸ ਵਾਈ ਇਹੀ ਆਪਣਾ ਬੀ ਆਪਸ਼ਨ ਤੇ ਟਿਕ ਲਾ ਦੂੰਗੇ। ਦੇਖੋ ਰੈਮ ਵੋਲਾਟਾਈਲ ਆਪਾਂ ਪਹਿਲਾਂ ਵੀ ਸਟੱਡੀ ਕਰ ਚੁੱਕੇ ਆ। ਇਨਫੋਰਮੇਸ਼ਨ ਸਟੋਰਡ ਇਨ ਰੈਮ ਇਜ਼ ਗੋਨ ਵੈਨ ਯੂ ਟਰਨ ਦੀ ਕੰਪਿਊਟਰ ਆਫ। ਤਾਂ ਆਪਾਂ ਪਹਿਲਾਂ ਵੀ ਵੋਲਾਟਾਈਲ ਹੋਣ ਕਰਕੇ ਜਿਵੇਂ ਹੀ ਤੁਸੀਂ ਲਾਈਟ ਆਫ ਕਰੋਗੇ ਤਾਂ ਡਾਟਾ ਵੀ ਕੀ ਹੋ ਜਾਊਗਾ, ਖਤਮ ਹੋ ਜਾਊਗਾ ਇਸਦਾ, ਠੀਕ ਹੈ। ਨੈਕਸਟ, ਵਿਚ ਆਫ ਦੀ ਫੋਲੋਇੰਗ ਸਟੋਰੇਜ ਮੀਡੀਆ ਪ੍ਰੋਵਾਈਡਸ ਸਿਕੁਐਂਸ਼ੀਅਲ ਅਸੈਸ ਓਨਲੀ। ਤਾਂ ਇਹਨਾਂ 'ਚ ਕਿਹੜਾ ਹੈ ਜਿਹਾ ਮੀਡੀਆ ਜਿਹਨਾਂ 'ਚ ਸਿਕੁਐਂਸ਼ੀਅਲ ਅਸੈਸ ਹੁੰਦੀ ਹੈ।
ਤਾਂ ਓਬਵੀਅਸ ਗੱਲ ਹੈ ਮੈਗਨੈਟਿਕ ਟੇਪ ਦੇ ਵਿੱਚ ਹੁੰਦੇ, ਤਾਂ ਸੀ ਆਪਸ਼ਨ ਮੈਗਨੈਟਿਕ ਟੇਪ ਦੇ ਉੱਤੇ ਤੁਸੀਂ ਟਿਕ ਲਗਾ ਦੂੰਗਾ। ਪਹਿਲਾਂ ਵੀ ਬਹੁਤ ਇਹ ਬੇਟਾ ਬਾਰ-ਬਾਰ ਨਾ ਮਾੜਾ ਮੋਟਾ ਚੇਂਜ ਕਰਕੇ ਕੁਐਸਚਨ ਆਏ ਹੋਏ ਨੇ, ਜਿਹਦੇ ਨਾਲ ਤੁਹਾਡੀ ਜਿਹੜੀ ਆਪਣੀ ਰਿਵੀਜ਼ਨ ਹੈ ਬਹੁਤ ਅੱਛੇ ਤਰੀਕੇ ਨਾਲ ਹੋ ਰਹੀ ਹੈ ਬੇਟਾ। ਡੋਂਟ ਵਰੀ, ਬਹੁਤ ਅੱਛੇ ਕੁਐਸਚਨ ਨੇ, ਡਿਟੋ ਕੁਐਸਚਨ ਐਗਜ਼ਾਮ ਚ ਆਉਂਦੇ ਨੇ ਬੇਟਾ। ਬਸ ਬਾਰ-ਬਾਰ ਰਿਵੀਜ਼ਨ ਕਰਦੇ ਰਹੋ ਤੇ ਪੜ੍ਹਦੇ ਰਹੋ, ਅੱਛੇ ਸਟੂਡੈਂਟ ਬਣੋ ਬੇਟਾ। ਆਪਣੇ ਧਿਆਨ ਨਾਲ ਆਪਣੇ ਪਰਿਵਾਰ ਵੱਲ ਦੇਖੋ ਵੀ ਤੁਹਾਡਾ ਪਰਿਵਾਰ ਨੂੰ ਐਟ ਪ੍ਰੈਜ਼ੈਂਟ ਕੀ ਨੀਡ ਆ, ਤੁਹਾਡੇ ਪਰਿਵਾਰ ਨੂੰ ਬੇਟਾ। ਤੁਹਾਡੇ ਪਰਿਵਾਰ ਨੂੰ ਤੁਹਾਡੇ ਉੱਤੇ ਬਹੁਤ ਆਸਾਂ ਨੇ, ਦੈਟਸ ਵਾਈ ਕਹਿੰਦਾ ਆਪਣਾ ਸਟੱਡੀ ਕਰੋ। ਸਟੱਡੀ ਕਰਕੇ ਆਪਾਂ ਇੱਕ ਬਹੁਤ ਅੱਛੇ ਸਟੂਡੈਂਟ ਬਣ ਜਾਵਾਂਗੇ, ਆਪਾਂ ਨੂੰ ਇੱਕ ਬਹੁਤ ਅੱਛੀ ਜੌਬ ਮਿਲ ਜਾਏਗੀ ਡੀ। ਓਕੇ ਨੈਕਸਟ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਯੂਜ਼ਡ ਫॉर ਸਟੋਰੇਜ ਪਰਪਸ ਵਿਦ ਮੇਨ ਫਰੇਮ ਕੰਪਿਊਟਰ। ਤਾਂ ਮੇਨ ਫਰੇਮ ਕੰਪਿਊਟਰ ਦੇ ਵਿੱਚ ਆਪਾਂ ਇਹਨਾਂ ਵਿੱਚ ਕਿਸ ਦਾ ਯੂਜ਼ ਨਹੀਂ ਕਰਦੇ ਹੈਗੇ, ਤਾਂ ਰਿਮੂਵੇਬਲ ਡਿਸਕ ਦਾ ਮੇਨ ਫਰੇਮ ਕੰਪਿਊਟਰ ਵਿੱਚ ਯੂਜ਼ ਨਹੀਂ ਹੁੰਦਾ, ਕਿਉਂਕਿ ਜਿਹੜਾ ਮੇਨ ਫਰੇਮ ਕੰਪਿਊਟਰ ਬਹੁਤ ਬੜੇ ਕੰਪਿਊਟਰ ਹੁੰਦੇ ਨੇ ਬੇਟਾ, ਤਾਂ ਇਹਨਾਂ ਵਿੱਚ ਰਿਮੂਵੇਬਲ ਡਿਸਕ ਜਿਹੜਿਆਂ ਨੇ ਯੂਜ਼ ਆਪਾਂ ਨਹੀਂ ਕਰਦੇ। ਨੈਕਸਟ, ਇਫ 7 bits are used to store a character the percentage reduction of needed storage will be। ਦੇਖੋ ਬੇਟਾ ਇੱਕ ਆਪਾਂ 8 ਬਿਟਸ ਦੀ ਡਾਟਾ ਸਟੋਰ ਕਰਦੇ ਆ, ਮਤਲਬ ਮੰਨ ਕੇ ਚਲੋ 1 ਬਾਈਟ ਦੇ ਵਿੱਚ, ਤਾਂ ਕਹਿੰਦਾ 7 ਬਿਟ ਡਾਟਾ ਮੇਰੇ ਕੋਲ ਹੈਗਾ, ਤਾਂ ਇੱਕ ਬਿਟ ਦਾ ਕੀ ਹੋ ਗਿਆ, ਲੋਸ ਹੋ ਗਿਆ ਨਾ। ਤਾਂ ਕੋਈ ਵੀ ਚੀਜ਼ 100% ਹੁੰਦੀ ਹੈ, ਜਦੋਂ ਆਪਾਂ 8 ਦੇ ਵਿੱਚ ਡਿਵਾਈਡ ਕਰਦੇ ਆ ਤਾਂ ਉਹ 12.5% ਆ ਜਾਂਦਾ। ਤਾਂ ਦੇਖੋ ਕਹਿੰਦਾ ਮੈਂ 7 ਬਿੱਟਾਂ ਦਾ ਤਾਂ ਯੂਜ਼ ਕਰ ਲਿਆ, ਤਾਂ 1 ਬਿਟ ਰਹਿ ਗਈ, ਦੈਟਸ ਵਾਈ 12.5% ਦਾ ਹੀ ਕੀ ਹੋਊਗਾ, ਲੋਸ ਹੋਊਗਾ। ਤਾਂ ਬੀ ਆਪਸ਼ਨ 12.5 ਦੇ ਉੱਤੇ ਤੁਸੀਂ ਟਿਕ ਲਗਾ ਦੋਗੇ 12.5 ਦੇ ਉੱਤੇ, ਠੀਕ ਹੈ। ਨੈਕਸਟ, all are included in removable media except the following। ਤਾਂ ਇਹਨਾਂ 'ਚ ਸਾਰੇ ਰਿਮੂਵੇਬਲ ਕਹਿੰਦਾ ਡਿਸਕ ਨੇ ਐਕਸੈਪਟ, ਦੇਖੋ CD ROM DVD ਸਾਰੇ ਰਿਮੂਵੇਬਲ ਨੇ, ਡਿਸਕੈਟ ਵੀ ਰਿਮੂਵੇਬਲ, ਬਟ ਹਾਰਡ ਡਿਸਕ ਡਰਾਈਵ ਇਹ ਬਿਲਕੁਲ ਫਿਕਸ ਹੁੰਦੇ ਆ ਕੰਪਿਊਟਰ ਦੇ ਵਿੱਚ। ਹਾਰਡ ਡਿਸਕ ਡਰਾਈਵ ਆਪਣੀ ਫਿਕਸ ਹੁੰਦੀ ਹੈ, ਇਹ ਰਿਮੂਵੇਬਲ ਨਹੀਂ ਹੁੰਦੀ, ਠੀਕ ਹੈ ਬੇਟਾ। ਨੈਕਸਟ, as you create documents, graphs and pictures, your computer hold the data in। ਜਦੋਂ ਵੀ ਤੁਸੀਂ ਬੇਟਾ ਕੰਪਿਊਟਰ ਨੂੰ ਬਾਈ ਡਿਫਾਲਟ ਓਪਨ ਕਰਦੇ ਹੋ, ਕੁਛ ਵੀ ਲਿਖਣਾ ਸਟਾਰਟ ਕਰਦੇ ਹੋ, ਤਾਂ ਪਹਿਲਾਂ ਕਹਿੰਦਾ ਕੁਛ ਵੀ ਸੇਵ ਨਹੀਂ ਕੀਤਾ, ਤਾਂ ਉਸ ਟਾਈਮ ਤੇ ਜਿਹੜਾ ਡਾਟਾ ਲਿਖਿਆ ਜਾ ਰਿਹਾ ਉਹ ਆਪਣੀ ਮੈਮਰੀ ਵਿੱਚ ਲਿਖਿਆ ਜਾਂਦਾ ਹੁੰਦਾ, ਰੈਮ ਦੇ ਵਿੱਚ। ਦੈਟਸ ਵਾਈ ਡੀ ਆਪਸ਼ਨ ਮੈਮਰੀ ਕਹਿ ਦਿਓ, ਚਾਹੇ ਤੁਸੀਂ ਰੈਮ ਕਹਿ ਸਕਦੇ ਹੋ, ਉੱਥੇ ਰੈਮ ਵੀ ਆਪਸ਼ਨ 'ਚ ਆ ਸਕਦਾ, ਤਾਂ ਰੈਮ ਜਾਂ ਮੈਮਰੀ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ। ਨੈਕਸਟ, ਵਟ ਇਜ਼ ਅਦਰ ਨੇਮ ਆਫ ਪ੍ਰੋਗਰਾਮਡ ਚਿਪ। ਤਾਂ ਪ੍ਰੋਗਰਾਮਡ ਚਿਪ ਜਿਹੜੀ ਪਹਿਲਾਂ ਤੋਂ ਹੀ ਮੈਨੂਫੈਕਚਰਿੰਗ ਦੇ ਦੌਰਾਨ ਹੀ ਪ੍ਰੋਗਰਾਮ ਕੀਤੀ ਹੋਈ ਹੈ, ਤਾਂ ਉਸ ਨੂੰ ਆਪਾਂ ਰੋਮ ਬੋਲਦੇ ਆ। ਤਾਂ ਬੀ ਆਪਸ਼ਨ ਰੋਮ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ। ਨੈਕਸਟ, ਰੈਮ ਇਜ਼ ਆਲਸੋ ਕਾਲਡ ਐਜ਼। ਤਾਂ ਯੂ ਨੋ ਵੈਰੀ ਵੈਲ, ਰੈਮ ਹੈ ਜਿਹੜੀ ਆਪਾਂ ਰੈਮ ਦੇ ਵਿੱਚ ਡਾਟਾ ਰੀਡ ਵੀ ਕਰ ਸਕਦਾ, ਰਾਈਟ ਵੀ ਕਰ ਸਕਦਾ, ਸੋ ਇਹਨੂੰ ਰੀਡ ਰਾਈਟ ਮੈਮਰੀ ਵੀ ਕਹਿੰਦੇ ਆ। ਤਾਂ ਇਹ ਆਪਸ਼ਨ ਰੀਡ ਰਾਈਟ ਮੈਮਰੀ, ਦੇਖੋ ਰੀਡ ਓਨਲੀ ਮੈਮਰੀ ਹੁੰਦੀ ਆ ਰੋਮ, ਬਟ ਰੈਂਡਮ ਅਸੈਸ ਮੈਮਰੀ ਇਹ ਰੀਡ ਰਾਈਟ ਮੈਮਰੀ ਹੁੰਦੀ, ਤੁਸੀਂ ਇਸ ਦੇ 'ਚ ਲਿਖ ਵੀ ਸਕਦੇ ਹੋ ਤੇ ਇਸ ਦੇ ਵਿੱਚ ਆਪਾਂ ਰੀਡ ਵੀ ਡਾਟਾ ਕਰ ਸਕਦੇ ਹਾਂ। ਨੈਕਸਟ, ਡੈਸ਼ ਸਟੋਰ ਡਾਟਾ ਔਰ ਇਨਫੋਰਮੇਸ਼ਨ ਟੈਂਪਰਰੀ ਔਰ ਪਾਸ ਇਟ ਔਨ ਅ ਡਾਇਰੈਕਟਿਡ ਵੇ ਟੂ ਕੰਟਰੋਲ ਯੂਨਿਟ। ਤਾਂ ਜਿਹੜਾ ਡਾਟੇ ਨੂੰ ਟੈਂਪਰਰੀ ਸਟੋਰ ਕਰਦੇ ਨੇ ਤਾਂ ਉਹ ਕੀ ਹੁੰਦੇ ਨੇ, ਰਜਿਸਟਰ ਹੁੰਦੇ ਨੇ, ਜਿਸ ਤੋਂ ਡਾਟਾ ਡਾਇਰੈਕਟਰੀ ਕੰਟਰੋਲ ਯੂਨਿਟ ਦੇ ਵਿੱਚ ਕੀ ਹੋ ਜਾਂਦਾ ਹੁੰਦਾ, ਟਰਾਂਸਫਰ ਹੋ ਜਾਂਦਾ ਹੁੰਦਾ। ਤਾਂ ਬੀ ਆਪਸ਼ਨ ਰਜਿਸਟਰਸ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ, ਠੀਕ ਹੈ। ਨੈਕਸਟ, what process should be used to recall a document saved previously। ਜਿਹੜਾ ਡਾਟਾ ਆਪਾਂ ਨੇ ਪਹਿਲਾਂ ਸੇਵ ਕੀਤਾ ਹੋਇਆ ਫਾਈਲ ਦੇ ਵਿੱਚ, ਤਾਂ ਜੇ ਆਪਾਂ ਨੇ ਉਹਨੂੰ ਬਾਹਰ ਰਿਕਾਲ ਕਰਨਾ ਹੋਵੇ, ਡਾਟੇ ਨੂੰ ਬਾਹਰ ਕੱਢਣਾ ਹੋਵੇ, ਤਾਂ ਇਸ ਨੂੰ ਆਪਾਂ ਰੀਟਰਾਈਵ ਕਹਿੰਦੇ ਆ। ਤਾਂ ਸੀ ਆਪਸ਼ਨ ਰੀਟਰਾਈਵ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ। ਨੈਕਸਟ, which media have the ability to have data stored on them by users more than once। ਤਾਂ ਜਿਹੜੇ ਇਹਨਾਂ 'ਚ ਆਪਸ਼ਨ ਗਿਵਨ ਨੇ, ਤਾਂ ਕਹਿੰਦਾ ਇਹਨਾਂ 'ਚ ਕਿਹੜਾ ਅਜਿਹਾ ਮੀਡੀਆ ਜਿਸ ਦੇ ਵਿੱਚ ਆਪਾਂ ਇੱਕ ਤੋਂ ਜ਼ਿਆਦਾ ਵਾਰ ਡਾਟੇ ਨੂੰ ਸਟੋਰ ਕਰ ਸਕਦੇ ਆ, ਬਾਰ-ਬਾਰ ਡਾਟਾ ਸਟੋਰ ਕਰ ਸਕਦੇ ਆ। ਉਹ CDRW ਡਿਸਕ ਹੈ, ਕਿਉਂਕਿ ਇਹਨੂੰ ਕੰਪੈਕਟ ਡਿਸਕ ਰੀਰਾਈਟੇਬਲ, ਦੇਖੋ ਨਾਮ ਕਿਹਾ ਰੀਰਾਈਟੇਬਲ ਨੇਮ ਹੈ, ਨਾਮ ਤੋਂ ਹੀ ਕਲੀਅਰ ਹੈ ਵੀ ਰੀਰਾਈਟੇਬਲ ਕਹਿ ਰਿਹਾ ਬੇਸਿਕਲੀ ਉਹ। ਤਾਂ ਰੀਰਾਈਟੇਬਲ ਹੋਣ ਕਰਕੇ ਇਹਨੂੰ ਦੁਬਾਰਾ ਤੋਂ ਅਗੇਨ ਐਂਡ ਅਗੇਨ ਆਪਾਂ ਲਿਖ ਸਕਦੇ ਆ। ਤਾਂ ਬੀ ਆਪਸ਼ਨ ਰੀਰਾਈਟੇਬਲ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ। ਨੈਕਸਟ, ਦੀ ਫਸਟ ਕੰਪਿਊਟਰ ਯੂਜ਼ ਟੂ ਸਟੋਰ ਅ ਪ੍ਰੋਗਰਾਮ। ਤਾਂ ਸਭ ਤੋਂ ਪਹਿਲਾ ਕੰਪਿਊਟਰ ਜਿਹੜਾ ਸਟੋਰੇਜ ਲਈ ਆਪਾਂ ਨੇ ਯੂਜ਼ ਕੀਤਾ ਸੀਗਾ ਉਹ ਐਡਸੈਕ ਸੀਗਾ ਆਪਣਾ। ਏ ਆਪਸ਼ਨ ਐਡਸੈਕ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ, ਠੀਕ ਹੈ। ਨੈਕਸਟ, which of the following is a storage device that uses rigid permanently installed magnetic disk
ਟੂ ਸਟੋਰ ਡਾਟਾ, ਤਾਂ ਜਿਹੜੀ ਬਿਲਕੁਲ ਪਰਮਾਨੈਂਟ ਹੁੰਦੀ ਹੈ ਡਿਸਕ ਸਟੋਰੇਜ ਡਿਵਾਈਸ ਹੁੰਦੀ ਹੈ ਤਾਂ ਉਸ ਨੂੰ ਆਪਾਂ ਕੀ ਬੋਲਦੇ ਆ, ਹਾਰਡ ਡਿਸਕ ਬੋਲਦੇ ਆ ਬੇਟਾ। ਤਾਂ ਉਸ ਨੂੰ ਆਪਾਂ ਕੀ ਬੋਲਦੇ ਆ, ਹਾਰਡ ਡਿਸਕ ਬੋਲਦੇ ਆ। ਤਾਂ ਹਾਰਡ ਡਿਸਕ ਦੇ ਤੁਸੀਂ ਟਿਕ ਲਗਾ ਸਕਦੇ ਹੋ। ਨੈਕਸਟ, ਵਿਚ ਆਫ ਦੀ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਐਨ ਆਪਟੀਕਲ ਡਿਸਕ। ਤਾਂ ਆਪਟੀਕਲ ਡਿਸਕ ਦੇ ਆਪਾਂ ਨੂੰ ਦੱਸਿਆ ਤੁਹਾਨੂੰ ਮੇਰਾ CD ਹੁੰਦੇ ਨੇ, DVD ਹੁੰਦੇ ਆ, ਬਲੂ-ਰੇ ਡਿਸਕ ਹੁੰਦੀ ਹੈ। ਤਾਂ ਉਰੇ ਆਪਣੇ ਕੋਲ ਡਿਜੀਟਲ ਵਰਸਾਟਾਈਲ ਡਿਸਕ ਆਪਣੇ ਕੋਲ DVD ਆਪਸ਼ਨ ਪਿਆ, ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਠੀਕ ਹੈ, ਨੈਕਸਟ ਕੁਐਸਚਨ ਦੇਖੋ। A peripheral device in which a large number of cartridges or reels of magnetic tape are stored in cell in a storage matrices। ਤਾਂ ਜਿਸ ਦੇ ਵਿੱਚ ਮੈਗਨੈਟਿਕ ਟੇਪ ਦਾ ਰੀਲਸ ਵਗੈਰਾ ਸਟੋਰ ਕੀਤੇ ਹੁੰਦੇ ਨੇ, ਆਟੋਮੈਟਿਕ ਟੇਪ ਲਾਇਬ੍ਰੇਰੀ ਹੁੰਦੀ ਹੈ। ਤਾਂ D ਆਪਸ਼ਨ ਆਟੋਮੈਟਿਕ ਟੇਪ ਲਾਇਬ੍ਰੇਰੀ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਨੈਕਸਟ, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਅ ਟਾਈਪ ਆਫ ਐਨ ਆਪਟੀਕਲ ਡਿਸਕ। ਤਾਂ ਇਹਨਾਂ ਵਿੱਚ ਕਿਹੜੀ ਆਪਟੀਕਲ ਡਿਸਕ ਨਹੀਂ ਹੈਗੀ? ਦੇਖੋ ਬਲੂ-ਰੇ, ਮੈਂ ਬਾਰ-ਬਾਰ ਕਹਿੰਦਾ ਉਹਨਾਂ, CD, DVD ਸਾਰੇ ਆਪਟੀਕਲ ਡਿਸਕ ਨੇ, ਬਟ ਜ਼ਿਪ ਡਿਸਕ ਹੈ ਜਿਹੜੀ ਬੇਸਿਕਲੀ ਇਟ ਇਜ਼ ਜਸਟ ਲਾਈਕ ਆ ਫਲੋਪੀ ਡਿਸਕ। ਤਾਂ ਜ਼ਿਪ ਡਿਸਕ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ, D ਦੇ ਉੱਤੇ ਡੀਅਰ। ਠੀਕ ਹੈ, ਨੈਕਸਟ ਲਾਸਟ ਕੁਐਸਚਨ ਆ, ਬੀਮ ਆਫ ਲਾਈਟ ਯੂਜ਼ ਟੂ ਰਿਕਾਰਡ ਔਰ ਰਿਟਰਾਈਵ ਡਾਟਾ ਔਨ ਆਪਟੀਕਲ ਡਿਸਕ ਇਜ਼ ਨੋਨ ਐਜ਼। ਤਾਂ ਕਿਸ ਲਾਈਟ ਦੇ ਨਾਲ ਆਪਾਂ ਡਾਟੇ ਨੂੰ ਰਿਟਰਾਈਵ ਕਰ ਸਕਦੇ ਆ? ਲੇਜ਼ਰ ਲਾਈਟ ਦੇ ਨਾਲ। ਤਾਂ C ਆਪਸ਼ਨ ਲੇਜ਼ਰ ਲਾਈਟ ਦੇ ਉੱਤੇ ਤੁਸੀਂ ਟਿਕ ਲਗਾ ਸਕਦੇ ਹੋ। ਥੈਂਕ ਯੂ ਐਵਰੀਵਨ, ਤੁਸੀਂ ਕੰਪਲੀਟ ਵੀਡੀਓ ਦੇਖੀ ਹੈ। ਤਾਂ ਜੇਕਰ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੈ ਤਾਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਤੇ ਵੀਡੀਓ ਪਸੰਦ ਆਉਣ 'ਤੇ ਲਾਈਕ ਕਰੋ, ਵੀਡੀਓ ਦੇ ਵਿੱਚ ਕਮੈਂਟ ਕਰੋ ਵੀਡੀਓਜ਼ ਦੇ ਵਿੱਚ, ਤੇ ਆਪਣੇ ਫਰੈਂਡ ਦੇ ਵਿੱਚ ਸ਼ੇਅਰ ਵੀ ਜ਼ਰੂਰ ਕਰੋ। ਥੈਂਕ ਯੂ ਐਵਰੀਵਨ।